गवाही को। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰੀਮਾ ਹੈ। ਮੈਂ ਦਸੂਹੇ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੈਂ ਆਪਣੇ ਜੀਵਨ ਦੀ ਇੱਕ ਵੱਡੀ ਗਵਾਹੀ ਦੇਣ ਜਾ ਰਹੀ ਹਾਂ। 2015 ਦੇ ਵਿੱਚ ਮੇਰੀ ਮੈਰਿਜ ਹੋਈ। ਉਸ ਤੋਂ ਬਾਅਦ ਮੈਂ ਤੇ ਮੇਰੇ ਹਸਬੰਡ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਫਿਰ ਆਪਾਂ ਦੋਨਾਂ ਨੇ ਬੇਬੀ ਦੇ ਲਈ ਟਰਾਈ ਕੀਤਾ ਤੇ ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀਗੀ। ਜਦੋਂ ਮੈਨੂੰ ਪ੍ਰੈਗਨੈਂਸੀ ਨਹੀਂ ਸੀ ਹੋ ਰਹੀ ਫਿਰ ਮੇਰੇ ਹਸਬੰਡ ਮੈਨੂੰ ਡਾਕਟਰ ਦੇ ਕੋਲ ਲੈ ਗਏ। ਜਿਹੜੇ ਪਹਿਲੇ ਡਾਕਟਰ ਦੇ ਕੋਲ ਗਏ ਉਹਨਾਂ ਨੇ ਮੈਨੂੰ ਦਵਾਈ ਦੇ ਦਿੱਤੀ ਤੇ ਮੈਂ 6-7 ਮਹੀਨੇ ਉਹ ਦਵਾਈ ਖਾਧੀ ਤੇ ਉਸ ਤੋਂ ਬਾਅਦ ਫਿਰ ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀਗੀ। ਫਿਰ ਮੇਰੇ ਹਸਬੰਡ ਮੈਨੂੰ ਦੂਸਰੇ ਡਾਕਟਰ ਕੋਲ ਲੈ ਗਏ। ਫਿਰ ਉੱਥੇ ਵੀ ਮੈਂ ਦਵਾਈ ਖਾਧੀ ਫਿਰ ਵੀ ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀਗੀ। ਫਿਰ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਈ। ਇਸੇ ਤਰ੍ਹਾਂ ਮੈਂ 2-3 ਡਾਕਟਰ ਬਦਲ ਚੁੱਕੀ ਸੀਗੀ। ਕਿਸੇ ਕੋਲੋਂ ਮੈਂ 6 ਮਹੀਨੇ ਦਵਾਈ ਖਾਧੀ, ਕਿਸੇ ਕੋਲੋਂ ਮੈਂ 9 ਮਹੀਨੇ ਦਵਾਈ ਖਾਧੀ ਤੇ ਫਿਰ ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀਗੀ। ਮੈਰਿਜ ਤੋਂ ਬਾਅਦ ਜਦੋਂ ਮੈਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਪਾ ਰਹੀ ਸੀਗੀ ਤੇ ਫਿਰ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਖਿਆਲ ਆਉਂਦੇ ਸੀਗੇ ਲੋਕਾਂ ਦੇ ਬੱਚਿਆਂ ਨੂੰ ਦੇਖ ਕੇ ਕਿ ਮੇਰੇ ਬੇਬੀ ਕਿਉਂ ਨਹੀਂ ਆ। ਫਿਰ ਇਹਨਾਂ ਨੇ ਮੈਨੂੰ ਸਲਾਹ ਦੇਣੀ ਕਿ ਆਪਾਂ ਕਿਸੇ ਹੋਰ ਡਾਕਟਰ ਨੂੰ ਚੈੱਕ ਕਰਵਾ ਲੈਂਦੇ ਆ। ਜਦੋਂ ਮੇਰੇ ਹਸਬੰਡ ਮੈਨੂੰ ਤੀਸਰੇ ਡਾਕਟਰ ਦੇ ਕੋਲ ਲੈ ਕੇ ਗਏ ਉਹਨਾਂ ਨੇ ਮੇਰੀ ਅਲਟਰਾਸਾਊਂਡ ਕੀਤੀ ਤੇ ਉਹਦੇ ਵਿੱਚ ਮੇਰੀਆਂ ਦੋਨੇ ਟਿਊਬਾਂ ਬਲੋਕ ਆਈਆਂ ਤੇ ਫਿਰ ਉਹ ਡਾਕਟਰ ਮੈਨੂੰ ਇਹ ਕਹਿੰਦੇ ਸੀਗੇ ਕਿ ਤੇਰਾ ਆਪਰੇਸ਼ਨ ਹੋਣਾ ਹੈ, ਆਪਰੇਸ਼ਨ ਦੇ ਨਾਲ ਟਿਊਬਾਂ ਖੋਲ ਤੇ ਦੇਵਾਂਗੇ ਪਰ ਉਸ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਹੈ ਕਿ ਤੂੰ ਬੇਬੀ ਕਨਸੀਵ ਕਰ ਪਾਏਂਗੀ ਜਾਂ ਨਹੀਂ ਕਰ ਪਾਏਂਗੀ। ਜਦੋਂ ਡਾਕਟਰ ਨੇ ਮੈਨੂੰ ਇਹ ਗੱਲ ਕਹੀ ਕਿ ਤੇਰੀਆਂ ਦੋਨੇ ਟਿਊਬਾਂ ਬਲੌਕ ਨੇ ਤੇ ਹੁਣ ਤੂੰ ਬੇਬੀ ਕਨਸੀਵ ਨਹੀਂ ਕਰ ਸਕਦੀ ਤੇ ਫਿਰ ਮੈਨੂੰ ਬਹੁਤ ਜ਼ਿਆਦਾ ਰੋਣਾ ਆਉਣਾ ਸ਼ੁਰੂ ਹੋ ਗਿਆ। ਫਿਰ ਇੱਕ ਦਿਨ ਮੇਰੀ ਭੂਆ ਜੀ ਦਾ ਮੈਨੂੰ ਫੋਨ ਆਇਆ ਤੇ ਫੋਨ ਦੇ ਉੱਤੇ ਭੂਆ ਜੀ ਨੂੰ ਮੈਂ ਕਿਹਾ ਕਿ ਭੂਆ ਜੀ ਮੈਂ ਬਹੁਤ ਦੁਖੀ ਹਾਂ, ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਤੇ ਬਈ ਮੈਨੂੰ ਡਾਕਟਰ ਨੇ ਇਦਾਂ ਕਹਿ ਦਿੱਤਾ ਹੈ ਕਿ ਤੇਰੀ ਟਿਊਬਾਂ ਦੋਨੇ ਬਲੌਕ ਨੇ। ਜਦੋਂ ਮੈਂ ਆਪਣੀ ਭੂਆ ਜੀ ਨੂੰ ਦੱਸਿਆ ਅਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਜਲੰਧਰ ਆ ਜਾ, ਇੱਥੇ ਇੱਕ ਬਹੁਤ ਵਧੀਆ ਹਸਪੀਟਲ ਹੈ, ਉੱਥੇ ਤੈਨੂੰ ਚੈੱਕਅਪ ਕਰਵਾ ਦਾਂਗੇ ਤੇ ਉਹ ਦੱਸ ਦੇਣਗੇ ਤੇ ਕਿ ਤੇਰੇ ਬੇਬੀ ਕਿਉਂ ਨਹੀਂ ਹੋ ਰਿਹਾ। ਫਿਰ ਮੈਂ ਤੇ ਮੇਰੇ ਹਸਬੈਂਡ ਆਪਾਂ ਦੋਨੇ ਜਲੰਧਰ ਆ ਗਏ। ਜਲੰਧਰ ਆ ਕੇ ਫਿਰ ਆਪਾਂ ਉਹ ਡਾਕਟਰ ਨੂੰ ਦਿਖਾਇਆ ਤੇ ਉਹਨਾਂ ਨੇ ਮੈਨੂੰ ਅਲਟਰਾਸਾਊਂਡ ਕਰਵਾਉਣ ਦੇ ਬਾਰੇ ਸਲਾਹ ਦਿੱਤੀ। ਫਿਰ ਅਸੀਂ ਉਹ ਅਲਟਰਾਸਾਊਂਡ ਕਰਵਾਈ ਤੇ ਉਹਦੇ ਵਿੱਚ ਵੀ ਮੇਰੀਆਂ ਦੋਨੇ ਟਿਊਬਾਂ ਬਲੌਕ ਆਈਆਂ। ਡਾਕਟਰ ਨੇ ਮੈਨੂੰ ਇਹ ਕਹਿ ਦਿੱਤਾ ਸੀਗਾ ਕਿ ਤੁਹਾਡੇ ਨੋਰਮਲ ਬੇਬੀ ਨਹੀਂ ਹੋ ਸਕਦਾ, ਤੁਸੀਂ IVF ਕਰਵਾ ਲਓ। ਫਿਰ ਵੀ ਉਹ ਮੈਨੂੰ ਕੋਈ ਵੀ ਗਰੰਟੀ ਨਹੀਂ ਸੀ ਦਿੰਦੇ ਕਿ ਤੇਰੇ ਕੋਈ ਬੇਬੀ ਹੋਏਗਾ। ਜਦੋਂ ਡਾਕਟਰ ਨੇ ਸਾਨੂੰ IVF ਦਾ ਕਹਿ ਦਿੱਤਾ ਫਿਰ ਮੇਰੇ ਹਸਬੰਡ ਕਹਿੰਦੇ ਕਿ ਇੱਕ ਵਾਰੀ ਕਰਵਾ ਕੇ ਦੇਖ ਲੈ ਸ਼ਾਇਦ ਬੇਬੀ ਹੋ ਜੇ। 2019 ਦੇ ਵਿੱਚ ਮੈਂ IVF ਵੀ ਕਰਵਾ ਲਿਆ। ਉਸ ਤੋਂ ਬਾਅਦ ਵੀ ਮੈਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੋਈ। ਜਦੋਂ IVF ਫੇਲ ਹੋ ਗਿਆ ਮੇਰੇ ਬੇਬੀ ਨਹੀਂ ਹੋ ਪਾ ਰਿਹਾ ਸੀਗਾ ਤੇ ਫਿਰ ਮੈਂ ਬਹੁਤ ਜ਼ਿਆਦਾ ਟੁੱਟ ਗਈ। ਅਸੀਂ ਜਿੱਥੇ ਕਿਤੇ ਜਾਣਾ ਉੱਥੇ ਸਾਰਿਆਂ ਨੇ ਕਹਿਣਾ ਕਿ ਹਜੇ ਤੱਕ ਬੇਬੀ ਨਹੀਂ ਹੈ ਤੁਹਾਡੇ, ਕੀ ਗੱਲ ਹੈਗੀ, ਤੁਸੀਂ ਦਵਾਈ ਨਹੀਂ ਲਈ। ਫਿਰ ਉਹਨਾਂ ਨੂੰ ਮੈਂ ਦੱਸਣਾ ਕਿ ਮੈਂ 4 ਸਾਲ ਦਵਾਈ ਖਾਧੀ ਹੈ, ਮੇਰੇ ਫਿਰ ਵੀ ਬੇਬੀ ਨਹੀਂ ਹੋ ਰਿਹਾ ਤੇ ਫਿਰ ਮੈਂ ਆਪਣੇ ਅੰਦਰ ਘੁੱਟ ਕੇ ਬਹਿ ਜਾਣਾ ਕਿ ਨਹੀਂ ਮੈਂ ਸਾਰੇ ਟੈਸਟ ਕਰਵਾ ਲਏ ਆ, ਉਹ ਸਾਰੇ ਟੈਸਟ ਫੇਲ ਹੋ ਚੁੱਕੇ ਆ, ਪਤਾ ਨਹੀਂ ਹੁਣ ਮੇਰੇ ਬੇਬੀ ਹੋਣਾ ਜਾਂ ਨਹੀਂ ਹੋਣਾ। ਇਸੇ ਤਰ੍ਹਾਂ ਮੈਂ 10 ਤੋਂ 12 ਡਾਕਟਰ ਚੇਂਜ ਕਰ ਚੁੱਕੀ ਸੀਗੀ। ਕਿਸੇ ਨੇ ਮੈਨੂੰ ਲੁਧਿਆਣੇ ਦੱਸ ਦੇਣਾ, ਕਿਸੇ ਨੇ ਮੈਨੂੰ ਜਲੰਧਰ ਦੱਸ ਦੇਣਾ ਤੇ ਫਿਰ ਮੈਂ ਉਹ ਡਾਕਟਰਾਂ ਕੋਲ ਦਵਾਈ ਖਾਣੀ ਤੇ ਫਿਰ ਵੀ ਮੈਂ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀਗੀ। ਜਦੋਂ ਮੈਂ ਬਹੁਤ ਜ਼ਿਆਦਾ ਟੁੱਟ ਚੁੱਕੀ ਸੀਗੀ ਤੇ ਬਹੁਤ ਜ਼ਿਆਦਾ ਡਾਕਟਰਾਂ ਦੇ ਕੋਲ ਵੀ ਜਾ ਚੁੱਕੀ ਸੀਗੀ, ਬਹੁਤ ਸਾਰਾ ਪੈਸਾ ਵੀ ਵੇਸਟ ਕਰ ਚੁੱਕੀ ਸੀਗੀ ਤੇ ਮੈਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਪਾ ਰਹੀ ਸੀਗੀ। ਫਿਰ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਖਾਂਬਰਾ ਚਰਚ ਦੇ ਬਾਰੇ ਦੱਸਿਆ। ਜਦੋਂ ਪਹਿਲੀ ਵਾਰੀ ਅਸੀਂ ਰਿਸ਼ਤੇਦਾਰਾਂ ਦੇ ਕਹਿਣ ਤੇ ਖਾਂਬਰਾ ਚਰਚ ਆਏ, ਜਦੋਂ ਅਸੀਂ ਇੱਥੇ ਆ ਕੇ ਗਵਾਹੀਆਂ ਸੁਣੀਆਂ ਤੇ ਸਾਡਾ ਵਿਸ਼ਵਾਸ ਹੋਰ ਵੱਧ ਗਿਆ। ਫਿਰ ਮੈਂ ਲਗਾਤਾਰ ਖਾਂਬਰਾ ਚਰਚ ਨਾਲ ਜੁੜੀ ਰਹੀ ਅਤੇ ਮੀਟਿੰਗਾਂ ਨੂੰ ਅਟੈਂਡ ਕਰਦੀ ਰਹੀ। 23 ਜੂਨ 2019 ਨੂੰ ਮੈਂ ਘਰੇ ਬਹਿ ਕੇ ਆਨਲਾਈਨ ਮੀਟਿੰਗ ਦੇਖਦੀ ਪਈ ਸੀਗੀ ਤੇ ਪਰਮੇਸ਼ਵਰ ਦੇ ਦਾਸ ਨੇ ਅੱਗੇ ਬੁਲਾ ਕੇ ਉਹਨਾਂ ਭੈਣਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਜਿਨ੍ਹਾਂ ਦੇ ਬੇਬੀ ਨਹੀਂ ਹੈ ਉਹ ਕਨਸੀਵ ਕਰਨ ਜਾ ਰਹੀਆਂ। कल आपकी प्रेगनेंसी टेस्ट नॉर्मल होगा। कल सुनो, एक काम आपने करना है। पहली बात आपने रोज थैंक्स करना है बेबी के लिए। सुनो, पहली बात। दूसरी बात, आप बेबी को प्रथम स्थान नहीं देंगी। आप खुदावन से रो के सिर्फ उसको परेशान नहीं करेंगी। आप फास्टिंग करेंगी और दूसरों के लिए प्रेयर करेंगी। पहली बात क्या करना है, फास्टिंग करके दूसरों के लिए प्रेयर करना है। दूसरा, आपको रोज थैंक्स करना है बेबी के लिए। समझ रहे हैं आप कि नहीं? मैंने आप में से कल प्रेगनेंसी टेस्ट देखा है। कल सोमवार, परमेश्वर मुझे सोमवार का टाइम दिया आपके लिए। सुनो, इसलिए मैंने कहा लाइन लगने वाले जो खुदावंद ने मुझे वर्ड दिया था। सुनो, आपको पहला काम क्या करना है, थैंक्स करना है, लोगों के लिए प्रार्थना करनी, रोजे रख के। आपको दुखी नहीं होना और आपको वर्शिप करनी। ये काम आपने करने हैं और जैसे ही आप ये काम करते जाएंगे कल से आपके टेस्ट पॉजिटिव
वो लाइंस होती है ना 2, वो दोनों देखी है मैंने, और सोमवार का दिन देखा। कल मंडे है। कॉन्ग्रेचुलेशंस यीशु मसीह के नाम में, यीशु मसीह के नाम में कॉन्ग्रेचुलेशंस। रिसीव फायर होली गोस्ट। ਜਿੱਦਾਂ ਹੀ ਮੈਂ ਆਨਲਾਈਨ ਪ੍ਰਾਰਥਨਾ ਨੂੰ ਰਿਸੀਵ ਕੀਤਾ, ਮੇਰੇ ਸਰੀਰ ਦੇ ਵਿੱਚ ਇੱਕ ਗਰਮਾਹਟ ਮੈਨੂੰ ਮਹਿਸੂਸ ਹੋਈ, ਜਿਸ ਤਰ੍ਹਾਂ ਮੈਨੂੰ ਕਿਸੇ ਚੀਜ਼ ਨੇ ਛੂਇਆ ਆ ਤੇ ਮੇਰੇ ਅੰਦਰੋਂ ਕੋਈ ਚੀਜ਼ ਨਿਕਲ ਕੇ ਗਈ ਆ। ਉਸ ਤੋਂ ਬਾਅਦ ਆਪਣਾ ਪ੍ਰੈਗਨੈਂਸੀ ਟੈਸਟ ਕਰਵਾਇਆ ਤੇ ਉਹ ਪੋਜ਼ਿਟਿਵ ਸੀਗਾ। 5 ਸਾਲਾਂ ਦੇ ਵਿੱਚ ਮੈਂ ਪਹਿਲੀ ਵਾਰੀ ਪ੍ਰੈਗਨੈਂਟ ਹੋਈ ਸੀਗੀ, ਜੋ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਸੀਗੀ। ਫਿਰ 18 ਮਾਰਚ 2020 ਨੂੰ ਪਰਮੇਸ਼ਵਰ ਨੇ ਮੈਨੂੰ ਬੇਬੀ ਬॉय ਦੇ ਨਾਲ ਬਲੈਸ ਕੀਤਾ। ਹੁਣ ਮੇਰਾ ਬੇਟਾ 2 ਸਾਲ ਤੇ 7 ਮਹੀਨੇ ਦਾ ਹੋ ਚੁੱਕਾ ਹੈ, ਜੋ ਬਹੁਤ ਹੈਲਦੀ ਹੈ। ਜਦੋਂ ਸਾਡਾ ਬੇਟਾ ਹੋਇਆ ਉਦੋਂ ਪਰਮੇਸ਼ਵਰ ਦੇ ਵਿੱਚ ਸਾਡਾ ਵਿਸ਼ਵਾਸ ਹੋਰ ਵੀ ਜ਼ਿਆਦਾ ਵੱਧ ਗਿਆ। ਫਿਰ 25 ਅਗਸਤ 2021 ਨੂੰ ਪਰਮੇਸ਼ਵਰ ਨੇ ਮੈਨੂੰ ਬੇਬੀ ਗਰਲ ਦੇ ਨਾਲ ਵੀ ਬਲੈਸ ਕੀਤਾ। ਹੁਣ ਅਸੀਂ ਆਪਣੇ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ, ਸਾਡੀ ਲਾਈਫ ਵਧੀਆ ਚੱਲਦੀ ਪਈ ਹੈ, ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਜਿਨ੍ਹਾਂ ਭੈਣਾਂ ਦੇ ਬੇਬੀ ਨਹੀਂ ਹੈਗਾ, ਉਹ ਸਾਰੀ ਭੈਣਾਂ ਨੂੰ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਵਰ ਤੇ ਵਿਸ਼ਵਾਸ ਕਰੋ ਤੇ ਪ੍ਰਭੂ ਨੇ ਜਿਸ ਤਰ੍ਹਾਂ ਮੈਨੂੰ ਬੱਚਿਆਂ ਦੇ ਨਾਲ ਬਲੈਸ ਕੀਤਾ, ਤੁਹਾਨੂੰ ਵੀ ਇਦਾਂ ਹੀ ਬਲੈਸ ਕਰੇਗਾ। ਇਸ ਵੱਡੀ ਆਸ਼ੀਸ਼ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ, ਪ੍ਰਭੂ ਦੇ ਦਾਸ ਦਾ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। आज ये भाई अपने जीवन की अद्भुत गवाही दे रहे हैं कि कैसे प्रभु यीशु मसीह ने इस भाई को पापमय गड्ढे से निकाला और पवित्रताई से भरा जीवन दिया। तो आइए हम देखते हैं इनके गवाही को। सबको जय मसीह की। मेरा नाम आशीष है, मैं फतेहपुर यूपी का रहने वाला हूं। आज मैं अपने जीवन की सबसे बड़ी गवाही देने जा रहा हूं। अभी मेरी उम्र 25 साल की है। जब मैं 17 साल का था तो मैं स्कूल में पढ़ता था। मेरी यारी दोस्ती नशा करने वाले लोगों से थी और मैं स्कूल जाया करता था, उनके साथ घूमता था। फिर एक बार बोले कि गुटखा खा के तो देख इसका टेस्ट कैसा है। फिर मैं गुटखा खाना शुरू किया। जब थोड़ा थोड़ा खाने लगा गुटखा तो आदत पड़ गई। जैसे जैसे मेरी दोस्ती बढ़ती गई, मेरे नशा बढ़ते गए। गुटखा से सिगरेट, सिगरेट से जर्दा, जर्दा से गांजा, भांग, बहुत नशा बढ़ गए। घर वाले जितने पैसा देते थे स्कूल के लिए, मैं उसी पैसे का नशा करता था, दोस्तों को भी कराया करता था नशा। फिर एक दिन हमारे किसी एक दोस्त ने हमें देख लिया नशा करते और टीचर से बता दिया। टीचर ने घर में फ़ोन किया कि ये आपका लड़का यहाँ नशा करता है और इसकी फ़ीस नहीं इतनी महीनों से आई। घर वाले बोले हम इसे पैसा देते हैं हर महीने की फ़ीस। बोले फ़ीस तो जमा नहीं किया। और घर वाले जब पूछे मुझसे तो फिर मेरी सच्चाई सामने आई तो मुझे मार पड़ी। फिर मेरा स्कूल छूट गया। जब मैं स्कूल से भी हट गया, मेरी यारी दोस्ती बढ़ती गई, नशा बढ़ता गया। तो घर वालों को लगा कि ये नहीं सुधरेगा, मुझे पंजाब भेज दिया काम करने के लिए। जब मैं पंजाब लुधियाना शहर आया रिश्तेदार के साथ, तो यहाँ सिलाई काम शुरू किया। तो यहाँ पैसे कमाने लगा तो मुझे किसी का डर नहीं था। यहाँ आकर मेरा नशा घटने की जगह और बढ़ते गए और मैं यारी दोस्ती मेरी यहाँ नए नए लोगों से होने लगी। मैं एक दिन में 20 पुड़िया गुटखा खाता था और 1 डिब्बी सिगरेट, 6-7 बीड़ी, 3 भांग की गोली और 2-3 चिलम गांजा पीता था और 1 बोतल शराब। नशे के साथ साथ मैं वे विचार में चला गया। लड़कियों से रात रात भर बातें करने लगा, गलत मूवी देखने लगा, सोशल मीडिया पे हर समय एक्टिव रहने लगा। नशे और व्यभिचार की वजह से मेरे काम पे काफ़ी असर पड़ा। मैं वहाँ पे काम पे जाता था, बातें करता था लड़कियों से नशे करके। काम पे मैं नशे करके लोगों से लड़ाई झगड़ा करता था, फैक्ट्री के अंदर गलत मजाक करता था। जब मैं कभी घर जाया करता था तो घर वालों से नशा करके झगड़ा करता था। पड़ोसी आते थे छुटाने झगड़ा, तो उनसे गाली गलौज करता था और झगड़ा बढ़ता था। तो फिर मैं यहाँ फिर आ जाया करता था।
इसकी वजह से मेरे मोहल्ले वाले मुझे पसंद नहीं करते थे। बात करना, मुझे बेवड़ा शराबी बोलते थे। मेरे रिश्तेदार नहीं बुलाते थे शादी पार्टी में कि ये नशा करता है, इसे कौन बुलाएगा। जब ज़्यादा नशा कर लेता था तो नशे पे मुझसे मतलब अपनी शरीर भी नहीं थीम पाता था, रास्ते में सो जाता था। लोग मुझे मेरे घर तक पहुंचाया करते थे और जब सुबह होती थी तो मुझे लगता था मैं तो वहाँ नशे पे था, यहाँ कैसे आ गया। शर्मिंदगी बहुत महसूस हुआ। जब मुझे नशा नहीं मिलता था तो मुझे तलब लगती थी, मेरी शरीर कांपती थी, हाथ पैर नहीं काम करते थे ज़्यादा। और जब मैं नशा कर लेता था तो मुझे मतलब काम करने में हिम्मत मिलती थी। इन चीज़ों को छोड़ने के लिए मैंने बहुत कोशिश की लेकिन नहीं छूटा। अन्य जगहों पे गया, बहुत कोशिश की लेकिन नहीं हुआ। इसी नशे के वजह से और व्यभिचार की वजह से मैंने 2 बार मरने की कोशिश की। एक बार हाथ की नस काटी, एक बार जहर पिया, लेकिन फिर भी मैं बच गया। मुझे कोई उम्मीद नहीं थी कि मेरी लाइफ बदल सकती है। मेरी पूरी आशा ख़त्म हो चुकी थी। फिर एक दिन मैं फ़ोन चला रहा था, फ़ोन पे यूट्यूब, तो मुझे खामरा चर्च के बारे में मालूम चला। जब मैंने गवाहियों को सुना और देखा कि अंधे देख रहे हैं और लंगड़े चल रहे हैं और नशे से लोग आज़ाद हो रहे हैं, मुझे विश्वास जगा कि परमेश्वर इन्हें आज़ाद कर सकता है तो मुझे भी आज़ाद करेगा। फिर मैं लगातार खामरा चर्च से जुड़ा रहा, मीटिंग अटेंड करता रहा। फिर मैं 31 जुलाई 2022 को खामरा चर्च आया। परमेश्वर के दास ने प्रार्थना की और मैंने उस प्रार्थना को अपने लिए रिसीव किया। अपने हाथों को उठाओ। नशे की दुष्ट आत्मा, हर वो आत्मा जो आपको डिस्टर्ब करती, हर वो आत्मा जो आपके फाइनेंस को डिस्टर्ब करती, उस आत्मा को बोलो आउट। आग से आउट करो, आग से, फायर से। ले रो हसंदा कसा काका कसा काका आउट आउट करो बंधनों उन आत्मा को, वो बीमारी की, जादू की, नशे की, नशे की, नशे की, ट्रबल की, डिस्टर्बेंस की। आउट आउट, कमांड करो, कमांड करो, कमांड करो, आउट करो यीशु मसीह के सामर्थी नाम में। जब मैं उस प्रार्थना को रिसीव किया तो पवित्र आत्मा ने आके मुझे छुआ और मेरे शरीर में अजीब सी गर्माहट महसूस हुई। और जब मैं दूसरे दिन घर गया तो मुझे उल्टी हुई। उस दिन से मैं पूरी तरह आज़ाद हूँ नशे से और व्यभिचार से। और ना तो नशा करने को मन करता है ना व्यभिचार को। जब मेरे सामने कोई नशा लेके आता है तो मैं वहाँ से हट जाता हूँ। मेरा मन ही नहीं करता कि मैं इसके पास बैठूँ या देखूँ इसे। अब मेरा परिवार, मेरा रिश्तेदार मुझसे बहुत खुश है। अब जब भी मिलते हैं तो खुश होके मिलते हैं, लड़ाई झगड़ा कुछ नहीं होता। ना तो अब मैं शराब पीता हूँ, ना गुटखा खाता हूँ, ना जर्दा, ना सिगरेट, ना भांग, ना गांजा, ना तो व्यभिचार। अब मैं पूरी तरीके से इन सब चीज़ों से आज़ाद हूँ। जो लोग नशा करते हैं मैं उनसे यही कहना चाहता हूँ कि प्रभु यीशु मसीह के पास आओ, वो तुम्हें जीवन देगा। मेरा विश्वास है जैसे मुझे परमेश्वर ने आज़ाद किया है प्रभु यीशु मसीह ने, वैसे आपको भी आज़ाद करेगा। इस बड़े छुटकारे के लिए मैं परमेश्वर का भी धन्यवाद करता हूँ, परमेश्वर के दास का भी धन्यवाद करता हूँ। सबको जय मसीह की। तारीफ करें जोर से, शब्द तालियों के साथ।